ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ। ਇਸ ਹਫਤੇ ਲਿਬਰਲ ਐਮਪੀਜ਼ ਓਨਟਾਰੀਓ 'ਚ ਹੋਣਗੇ ਇਕੱਠੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਗਲੀ ਰਣਨੀਤੀ ਤੈਅ ਕਰਨ ਲਈ ਕੀਤੀ ਜਾ ਰਹੀ ਹੈ ਮੀਟਿੰਗ। 158 ਐਮਪੀਜ਼ ਚੋਂ ਬਹੁਤੇ ਅਗਲੀ ਪਾਰਲੀਮੈਂਟਰੀ ਸਿਟਿੰਗ ਲਈ ਤੈਅ ਕਰਨਗੇ ਰਣਨੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ 2 ਦਿਨ ਤੱਕ ਭਾਰਤ 'ਚ ਫਸੇ ਰਹਿਣ ਮਗਰੋਂ ਮੰਗਲਵਾਰ ਨੂੰ ਪਹੁੰਚੇ ਕੈਨੇਡਾ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਉਹਨਾਂ ਨੂੰ 에ਅਰ ਇੰਡੀਆ 1 ਦੀਆਂ ਸੇਵਾਵਾਂ ਦੇਣ ਦੀ ਕੀਤੀ ਸੀ ਪੇਸ਼ਕਸ਼, ਪਰ ਟਰੂਡੋ ਨੇ ਭਾਰਤ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਰਾਇਲ ਕੈਨੇਡੀਅਨ 에ਅਰ ਫੋਰਸ ਦੇ ਸਾਬਕਾ ਪਾਇਲਟ ਚੀਨ ਦੇ ਫੌਜੀ ਕਰਮਚਾਰੀਆਂ ਨੂੰ ਸਿਖਲਾਈ ਦੇ ਰਹੇ ਨੇ। ਇਹਨਾਂ ਰਿਪੋਰਟਸ ਦੀ ਕੈਨੇਡਾ ਦੀ ਫੈਡਰਲ ਪੁਲਿਸ ਫੋਰਸ ਕਰ ਰਹੀ ਹੈ ਜਾਂਚ। ਰਾਜਕੁਮਾਰੀ ਐਨੀ ਵੱਲੋਂ ਕੈਨੇਡਾ ਦੀਆਂ 2 ਛੋਟੀਆਂ ਯਾਤਰਾਵਾਂ ਤੇ $1,31,000 ਦਾ ਆਇਆ ਖਰਚਾ। ਕਿੰਗ ਚਾਰਲਸ ਦੀ ਇਕਲੌਤੀ ਭੈਣ ਨੇ ਮਈ 'ਚ 3 ਦਿਨਾਂ ਲਈ ਦੇਸ਼ ਦਾ ਦੌਰਾ ਕੀਤਾ ਤੇ ਫਿਰ ਜੂਨ ਦੇ ਸ਼ੁਰੂ 'ਚ ਅਲਬਰਟਾ ਦੇ ਬੈਨਫ 'ਚ ਇੱਕ ਕਾਨਫਰੰਸ 'ਚ ਹੋਈ ਸੀ ਸ਼ਾਮਿਲ। ਇਸ ਹਫਤੇ ਲਿਬਰਲ ਐਮਪੀਜ਼ ਲੰਡਨ, ਓਨਟਾਰੀਓ 'ਚ ਇਕੱਠੇ ਹੋਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਰਥਚਾਰੇ ਤੇ ਹਾਊਸਿੰਗ ਸੰਕਟ ਨਾਲ ਸਹੀ ਢੰਗ ਨਾਲ ਨਾ ਨਜਿੱਠੇ ਕਾਰਨ ਜਨਤਾ 'ਚ ਪਾਈ ਜਾ ਰਹੀ ਬੇਚੈਨੀ ਕਾਰਨ ਅਗਲੀ ਰਣਨੀਤੀ ਤੈਅ ਕਰਨ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ। ਲੰਬੇ ਸਮੇਂ ਤੋਂ ਲਿਬਰਲਾਂ ਦੇ ਰਣਨੀਤੀਕਾਰ ਰਹੇ ਗ੍ਰੈਗ ਮੈਕਈਕਰਨ ਨੇ ਆਖਿਆ ਹੈ ਕਿ ਟਰੂਡੋ ਨੂੰ ਆਪਣੇ ਐਮਪੀਜ਼ ਤੋਂ ਇਸ ਬਾਰੇ ਕਾਫੀ ਕੁਝ ਸੁਣਨਾ ਪੈ ਸਕਦਾ ਹੈ। ਐਮਪੀਜ਼ ਇਸ ਲਈ ਔਖੇ ਹਨ ਕਿਉਂਕਿ ਉਹਨਾਂ ਦੇ ਹਲਕਾ ਵਾਸੀ ਉਹਨਾਂ ਨੂੰ ਇਹ ਆਖ ਰਹੇ ਨੇ। ਪਾਰਟੀ ਦੇ 158 ਐਮਪੀਜ਼ ਚੋਂ ਬਹੁਤੇ ਦੱਖਣੀ ਓਨਟਾਰੀਓ ਦੇ ਇਸ ਸ਼ਹਿਰ 'ਚ 3 ਦਿਨਾਂ ਲਈ ਮਿਲਣਗੇ ਅਤੇ ਅਗਲੀ ਪਾਰਲੀਮੈਂਟਰੀ ਸਿਟਿੰਗ ਲਈ ਰਣਨੀਤੀ ਤੈਅ ਕਰਨਗੇ। ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ 2015 'ਚ ਸੱਤਾ ਸਾਂਭਣ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਲਿਬਰਲਾਂ ਨੂੰ ਇੰਨਾ ਘੱਟ ਸਮਰਥਨ ਮਿਲ ਰਿਹਾ ਹੋਵੇ। ਇਸ ਨਾਲ ਯਕੀਨਨ ਕੰਜ਼ਰਵੇਟਿਵਾਂ ਨੂੰ ਫਾਇਦਾ ਹੋ ਰਿਹਾ ਹੈ। ਕਈ ਮੀਡੀਆ ਰਿਪੋਰਟਾਂ 'ਚ ਤਾਂ ਇਹ ਵੀ ਆਖਿਆ ਗਿਆ ਹੈ ਕਿ ਕੁਝ ਐਮਪੀਜ਼ ਜਿਹੜੇ ਕੈਬਨਿਟ 'ਚ ਸ਼ਾਮਲ ਨਹੀਂ ਹਨ, ਇਹ ਆਖਦੇ ਫਿਰ ਰਹੇ ਨੇ ਕਿ ਪਾਰਟੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਤੇ ਟਰੂਡੋ ਉਹਨਾਂ ਐਮਪੀਜ਼ ਦੀ ਗੱਲ ਹੀ ਨਹੀਂ ਸੁਣਦੇ ਜਿਹੜੇ ਕੈਬਨਿਟ 'ਚ ਨਹੀਂ ਹਨ। ਕੁਝ ਸੀਨੀਅਰ ਲਿਬਰਲ ਆਗੂਆਂ ਦਾ ਮੰਨਣਾ ਹੈ ਕਿ ਹਾਊਸਿੰਗ ਸੰਕਟ ਤੇ ਅਫੋਰਡੇਬਿਲਟੀ ਵਰਗੇ ਅਹਿਮ ਮੁੱਦਿਆਂ ਦਾ ਚੇਤਾ ਸਾਨੂੰ ਉਦੋਂ ਤੱਕ ਨਹੀਂ ਆਇਆ ਜਦੋਂ ਤੱਕ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਇਹਨਾਂ ਦੀ ਵਰਤੋਂ ਕਰਕੇ ਆਪਣੇ ਸਮਰਥਕਾਂ ਦੀ ਗਿਣਤੀ ਨਹੀਂ ਵਧਾ ਲਈ। ਉਹ ਮੰਨਦੇ ਹਨ ਕਿ ਸਰਕਾਰ ਦਾ ਧਿਆਨ ਸਪਲਾਈ ਚੇਨ ਦੀਆਂ ਸਮੱਸਿਆਵਾਂ, ਰੂਸ ਵੱਲੋਂ ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਅਤੇ ਕੋਵਿਡ-19 ਮਹਾਮਾਰੀ ਉੱਤੇ ਲੱਗੀਆਂ ਹੋਈਆਂ ਨੇ। ਨਵੀਂ ਦਿੱਲੀ ਵਿਖੇ G20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ 2 ਦਿਨਾਂ ਤੱਕ ਭਾਰਤ 'ਚ ਫਸੇ ਰਹਿਣ ਮਗਰੋਂ ਮੰਗਲਵਾਰ ਨੂੰ ਕੈਨੇਡਾ ਪਹੁੰਚ ਗਏ। ਇਸੇ ਵਿਚਾਲੇ ਇੱਕ ਮੀਡੀਆ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੌਰਾਨ ਭਾਰਤ ਨੇ ਉਹਨਾਂ ਨੂੰ 에ਅਰ ਇੰਡੀਆ 1 ਦੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਟਰੂਡੋ ਨੇ ਭਾਰਤ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਇਸ ਦੀ ਬਜਾਏ ਉਹਨਾਂ ਨੇ ਆਪਣੇ ਜਹਾਜ਼ ਦੇ ਠੀਕ ਹੋਣ ਦਾ ਇੰਤਜ਼ਾਰ ਕਰਨਾ ਵਧੇਰੇ ਜ਼ਰੂਰੀ ਸਮਝਿਆ। ਟਰੂਡੋ ਅਤੇ ਉਹਨਾਂ ਦੇ ਵਫਦ ਨੇ ਐਤਵਾਰ ਨੂੰ ਕੈਨੇਡਾ ਵਾਪਸ ਪਹੁੰਚਣਾ ਸੀ, ਪਰ ਜਹਾਜ਼ 'ਚ ਆਈ ਤਕਨੀਕੀ ਖਰਾਬੀ ਕਾਰਨ ਉਹਨਾਂ ਨੂੰ 2 ਦਿਨਾਂ ਤੱਕ ਭਾਰਤ 'ਚ ਰੁਕਣਾ ਪਿਆ। ਇਸ ਦੌਰਾਨ ਪ੍ਰਧਾਨ ਮੰਤਰੀ ਆਪਣੇ ਹੋਟਲ ਦੇ ਕਮਰੇ 'ਚ ਹੀ ਰਹੇ। ਇਸ ਦੌਰਾਨ ਭਾਰਤ ਨਾਲ ਉਹਨਾਂ ਦਾ ਕੋਈ ਅਧਿਕਾਰਕ ਪ੍ਰੋਗਰਾਮ ਨਹੀਂ ਸੀ। ਇੰਨਾ ਹੀ ਨਹੀਂ, ਟਰੂਡੋ ਨੇ ਇਹਨਾਂ 2 ਦਿਨਾਂ ਦੌਰਾਨ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਕਿਸੇ ਵੀ ਪ੍ਰੋਗਰਾਮ 'ਚ ਹਿੱਸਾ ਨਹੀਂ ਲਿਆ। ਇਸ ਤੋਂ ਪਹਿਲਾਂ G20 ਸਿਖਰ ਸੰਮੇਲਨ ਦੌਰਾਨ ਟਰੂਡੋ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਇਸ ਬੈਠਕ ਦੌਰਾਨ ਮੋਦੀ ਨੇ ਕੈਨੇਡਾ 'ਚ ਖਾਲਿਸਤਾਨੀ ਸਮਰਥਕਾਂ ਦੀਆਂ ਗਤੀਵਿਧੀਆਂ ਤੇ ਸਖਤ ਚਿੰਤਾ ਪ੍ਰਗਟਾਈ। ਇਸ ਉੱਤੇ ਟਰੂਡੋ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਤੋਂ ਬੋਲਣ ਦੀ ਸੁਤੰਤਰਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਉਹ ਹਿੰਸਾ ਰੋਕਣ ਲਈ ਹਰ ਸੰਭਵ ਕਦਮ ਚੁੱਕਣਗੇ। ਕੈਨੇਡਾ ਦੀ ਫੈਡਰਲ ਪੁਲਿਸ ਫੋਰਸ ਉਹਨਾਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ 'ਚ ਇਹ ਦੱਸਿਆ ਗਿਆ ਹੈ ਕਿ ਰਾਇਲ ਕੈਨੇਡੀਅਨ 에ਅਰ ਫੋਰਸ ਦੇ ਸਾਬਕਾ ਪਾਇਲਟ ਚੀਨ ਦੇ ਫੌਜੀ ਕਰਮਚਾਰੀਆਂ ਨੂੰ ਸਿਖਲਾਈ ਦੇ ਰਹੇ ਨੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ RCMP ਨੂੰ ਪੀਪਲਜ਼ ਲਿਬਰੇਸ਼ਨ ਆਰਮੀ 에ਅਰ ਫੋਰਸ ਦੇ ਪਾਇਲਟਾਂ ਨੂੰ ਸਿਖਲਾਈ ਦੇਣ 'ਚ ਸਾਬਕਾ RCMP ਪਾਇਲਟਾਂ ਦੀ ਸ਼ਮੂਲੀਅਤ ਬਾਰੇ ਪਤਾ ਹੈ। ਉਹਨਾਂ ਕਿਹਾ ਕਿਉਂਕਿ RCMP ਇਹਨਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ, ਇਸ ਸਮੇਂ ਇਸ ਮਾਮਲੇ ਤੇ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਇੱਕ ਮੀਡੀਆ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਸੀ ਕਿ RCMP ਦੇ 3 ਸਾਬਕਾ ਲੜਾਕੂ ਪਾਇਲਟ ਦੱਖਣੀ ਅਫਰੀਕਾ ਦੀ ਟੈਸਟ ਫਲਾਈਂਗ ਅਕੈਡਮੀ ਰਾਹੀਂ ਚੀਨੀ ਫੌਜੀ ਪਾਇਲਟਾਂ ਨੂੰ ਸਿਖਲਾਈ ਦੇ ਰਹੇ ਨੇ। ਮੁਨਾਫੇ ਵਾਲੀ 6 ਅੰਕੜੀ ਤਨਖਾਹਾਂ ਦੀ ਪੇਸ਼ਕਸ਼ ਕਰਕੇ ਦੱਖਣੀ ਅਫਰੀਕਾ ਦੇ ਪੱਛਮੀ ਕੇਪ ਸੂਬੇ ਦੇ ਫਲਾਈਟ ਸਕੂਲ ਨੇ ਕਥਿਤ ਤੌਰ ਤੇ UK, ਕੈਨੇਡਾ ਅਤੇ ਹੋਰ ਨਾਟੋ ਦੇਸ਼ਾਂ ਦੇ ਸਾਬਕਾ ਫੌਜੀ ਪਾਇਲਟਾਂ ਨੂੰ ਆਕਰਸ਼ਿਤ ਕੀਤਾ ਹੈ। TFASA ਨੇ ਕਥਿਤ ਤੌਰ ਤੇ
ਦੱਖਣੀ ਅਫਰੀਕਾ ਤੇ ਚੀਨ ਦੋਹਾਂ ਦੇਸ਼ਾਂ 'ਚ ਚੀਨੀ ਫੌਜੀ ਅਤੇ ਨਾਗਰਿਕ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਇਕਰਾਰਨਾਮਾ ਕੀਤਾ ਹੈ। ਉਧਰ ਇੱਕ ਬਿਆਨ 'ਚ ਦੱਖਣੀ ਅਫਰੀਕਾ ਦੇ ਫਲਾਈਟ ਸਕੂਲ ਨੇ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਹਨਾਂ ਦੇ ਕਰਮਚਾਰੀਆਂ ਤੱਕ ਪਹੁੰਚ ਕੀਤੀ ਹੈ। ਸਕੂਲ ਦਾ ਕਹਿਣਾ ਹੈ ਕਿ ਉਸ ਦੀ ਸਿਖਲਾਈ 'ਚ ਨਾਟੋ ਰਣਨੀਤੀ ਅਤੇ ਫਰੰਟਲਾਈਨ ਉਪਕਰਣ ਵਰਗੀ ਸੰਵੇਦਨਸ਼ੀਲ ਜਾਂ ਵਰਗੀਕ੍ਰਿਤ ਜਾਣਕਾਰੀ ਸ਼ਾਮਲ ਨਹੀਂ ਹੈ। ਜੂਨ 'ਚ TFASA ਅਤੇ ਹੋਰ ਵਿਦੇਸ਼ੀ ਫਲਾਈਟ ਸਕੂਲਾਂ ਨੂੰ ਪੱਛਮੀ ਅਤੇ ਨਾਟੋ ਸਰੋਤਾਂ ਦੀ ਵਰਤੋਂ ਕਰਦੇ ਹੋਏ ਚੀਨੀ ਫੌਜੀ ਪਾਇਲਟਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਅਮਰੀਕੀ ਨਿਰਯਾਤ ਪਾਬੰਦੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। US ਡਿਪਾਰਟਮੈਂਟ ਆਫ ਕਾਮਰਸ ਨੇ 12 ਜੂਨ ਦੇ ਫੈਸਲੇ 'ਚ ਕਿਹਾ ਕਿ ਇਹ ਗਤੀਵਿਧੀਆਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਹੈ। ਪਾਬੰਦੀਆਂ ਦੇ ਬਾਵਜੂਦ ਫਲਾਈਟ ਸਕੂਲਾਂ ਦਾ ਕਹਿਣਾ ਹੈ ਕਿ ਉਸ ਨੇ ਕੁਝ ਵੀ ਗੈਰ ਕਾਨੂੰਨੀ ਨਹੀਂ ਕੀਤਾ। ਅਮਰੀਕਾ ਵੱਲੋਂ ਜਿਵੇਂ ਦੇਸ਼ ਭਰ ਦੀਆਂ ਫਾਰਮੇਸੀਜ਼ 'ਚ ਕੋਵਿਡ-19 ਵੈਕਸੀਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸੇ ਤਰਜ਼ ਉੱਤੇ ਕੈਨੇਡੀਅਨ ਹੈਲਥ ਅਧਿਕਾਰੀਆਂ ਵੱਲੋਂ ਵੀ ਆਉਣ ਵਾਲੇ 6 ਮਹੀਨਿਆਂ 'ਚ ਹਰ ਕਿਸੇ ਨੂੰ ਅਪਡੇਟਡ ਮੋਡਰਨਾ ਬੂਸਟਰ ਡੋਜ਼ ਦੇਣ ਲਈ ਮਨਜ਼ੂਰੀ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਨਿਰਧਾਰਤ ਪ੍ਰੈਸ ਕਾਨਫਰੰਸ ਤੇ ਕੋਵਿਡ-19 ਬਰੀਫਿੰਗ ਤੋਂ ਪਹਿਲਾਂ ਇਹ ਐਲਾਨ ਕਰ ਦਿੱਤਾ ਹੈ। ਨਵੀਂ ਵੈਕਸੀਨ ਵਾਇਰਸ ਦੇ XBB.1.5 ਵੇਰੀਐਂਟ ਜਿਹੜਾ ਕੋਵਿਡ-19 ਦਾ ਕਾਰਨ ਬਣਦਾ ਹੈ ਨੂੰ ਨਿਸ਼ਾਨਾ ਬਣਾਏਗੀ। ਹੈਲਥ ਕੈਨੇਡਾ ਨੂੰ ਮੋਡਰਨਾ ਵੱਲੋਂ ਨਵੀਂ ਕੋਵਿਡ-19 ਵੈਕਸੀਨ ਲਈ 29 ਜੂਨ 2023 ਹੀ ਸਬਮਿਸ਼ਨ ਮਿਲ ਗਈ ਸੀ। ਦੂਜੇ ਪਾਸੇ ਓਮਿਕਰੋਨ ਦੇ ਸਬ ਵੇਰੀਐਂਟ ਲਈ ਫਾਈਜ਼ਰ ਨੇ ਵੀ ਸਬਮਿਸ਼ਨ ਕਰਵਾਈ ਹੋਈ ਹੈ ਤੇ ਹੈਲਥ ਅਧਿਕਾਰੀਆਂ ਵੱਲੋਂ ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਹੈਲਥ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਡਕਟ ਉੱਤੇ ਲੱਗੇ ਲੇਬਲ ਮੁਤਾਬਕ 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਸ ਦੀ ਇੱਕ ਡੋਜ਼ ਲਾਈ ਜਾਵੇਗੀ, ਫਿਰ ਭਾਵੇਂ ਉਹਨਾਂ ਦੀ ਕੋਵਿਡ-19 ਵੈਕਸੀਨੇਸ਼ਨ ਦੀ ਹਿਸਟਰੀ ਕਿਸੇ ਵੀ ਤਰ੍ਹਾਂ ਦੀ ਕਿਉਂ ਨਾ ਹੋਵੇ। 6 ਮਹੀਨੇ ਤੇ 4 ਸਾਲ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਕਦੇ ਕੋਵਿਡ-19 ਵੈਕਸੀਨ ਦੀ ਕੋਈ ਡੋਜ਼ ਨਹੀਂ ਦਿੱਤੀ ਗਈ, 2 ਡੋਜ਼ਜ਼ ਲਾਈਆਂ ਜਾਣਗੀਆਂ। ਜੇ ਪਹਿਲਾਂ ਉਹਨਾਂ ਨੂੰ ਕੋਵਿਡ-19 ਵੈਕਸੀਨ ਦੀਆਂ ਇੱਕ ਜਾਂ ਇੱਕ ਤੋਂ ਵੱਧ ਡੋਜ਼ਜ਼ ਲਾਈਆਂ ਗਈਆਂ ਨੇ ਤਾਂ ਉਹਨਾਂ ਨੂੰ ਇਸ ਵੈਕਸੀਨ ਦੀ ਇੱਕੋ ਡੋਜ਼ ਲੱਗੇਗੀ। ਇਸ ਸਾਲ ਰਾਜਕੁਮਾਰੀ ਐਨੀ ਵੱਲੋਂ ਕੈਨੇਡਾ ਦੀਆਂ 2 ਛੋਟੀਆਂ ਯਾਤਰਾਵਾਂ ਕਾਰਨ ਟੈਕਸ ਦਾਤਾਵਾਂ ਨੂੰ ਘੱਟੋ-ਘੱਟ $1,31,000 ਦਾ ਖਰਚਾ ਚੁੱਕਣਾ ਪਿਆ। ਕਿੰਗ ਚਾਰਲਸ ਦੀ ਇਕਲੌਤੀ ਭੈਣ ਨੇ ਨਿਊ ਬ੍ਰੰਜ਼ਵਿਕ ਮਿਲਟਰੀ ਰੈਜੀਮੈਂਟ ਦੀ 175ਵੀਂ ਵਰ੍ਹੇਗੰਢ ਮਨਾਉਣ ਲਈ ਮਈ 'ਚ 3 ਦਿਨਾਂ ਲਈ ਦੇਸ਼ ਦਾ ਦੌਰਾ ਕੀਤਾ ਤੇ ਫਿਰ ਜੂਨ ਦੇ ਸ਼ੁਰੂ 'ਚ ਅਲਬਰਟਾ ਦੇ ਬੈਨਫ 'ਚ ਇੱਕ ਕਾਨਫਰੰਸ 'ਚ ਸ਼ਾਮਲ ਹੋਈ ਸੀ। ਰਾਜਕੁਮਾਰੀ ਦੀਆਂ ਇਹਨਾਂ ਸੰਖੇਪ ਯਾਤਰਾਵਾਂ ਦੇ ਬਿੱਲ ਦਾ 60% ਤੋਂ ਵੱਧ ਹਿੱਸਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਸੁਰੱਖਿਆ ਨਾਲ ਜੁੜੇ ਖਰਚਿਆਂ ਤੇ ਆਇਆ ਹੈ, ਜਿਵੇਂ ਕਿ ਓਵਰਟਾਈਮ 'ਚ $52,297.50 ਅਤੇ ਯਾਤਰਾ 'ਚ $26,179.71। ਨਿਊ ਬ੍ਰੰਜ਼ਵਿਕ 'ਚ ਕੈਨੇਡੀਅਨ ਮਿਲਟਰੀ ਨੇ $27,246 ਖਰਚ ਕੀਤੇ, ਜਿਸ 'ਚ ਕੈਨੇਡਾ ਦੇ ਅੰਦਰ ਏਅਰ ਫੋਰਸ ਟਰਾਂਸਪੋਰਟੇਸ਼ਨ ਲਈ $14,457.19 ਤੇ ਪਰੇਡ ਹਾਜ਼ਰੀ ਨਾਲ ਜੁੜੇ ਖਰਚਿਆਂ ਲਈ $12,799.9 ਸ਼ਾਮਲ ਨੇ। ਨਿਊ ਬ੍ਰੰਜ਼ਵਿਕ ਸਰਕਾਰ ਦੇ $24,570.85 ਦੇ ਬਿੱਲ 'ਚ ਫੋਟੋਗ੍ਰਾਫਿਕ ਸੇਵਾਵਾਂ ਲਈ $13,694.96 ਅਤੇ ਡਰਾਈਵਰ ਲਈ $2,699.48 ਸ਼ਾਮਲ ਨੇ। ਲਾਗਤਾਂ 'ਚ ਬਾਲਣ, ਭੋਜਨ, ਹੋਟਲ ਦੀਆਂ ਸਹੂਲਤਾਂ, ਤਕਨੀਕੀ ਸਪਲਾਈ, ਸ਼ਿਪਿੰਗ ਤੇ ਹੋਰ ਬਹੁਤ ਕੁਝ ਸ਼ਾਮਲ ਹੈ। ਇਸ ਬਾਰੇ 'ਚ ਕੁਈਨਜ਼ ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਪਾਲਿਸੀ ਦੀ ਪ੍ਰੋਫੈਸਰ ਕੈਥੀ ਬ੍ਰੌਕ ਨੇ ਕਿਹਾ ਹੈ ਕਿ RCMP ਦੀ ਲਾਗਤ ਸਭ ਤੋਂ ਵੱਧ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਅਸਲ ਵਿੱਚ ਕੈਨੇਡਾ ਨਹੀਂ ਚਾਹੁੰਦਾ ਕਿ ਜਦੋਂ ਸ਼ਾਹੀ ਘਰਾਣਾ ਸਾਡੇ ਦੇਸ਼ ਦਾ ਦੌਰਾ ਕਰ ਰਿਹਾ ਹੋਵੇ ਤਾਂ ਉਹਨਾਂ ਦੇ ਨਾਲ ਕੁਝ ਗਲਤ ਵਾਪਰੇ। ਕੈਲਗਰੀ ਦੀ ਇੱਕ ਰਸੋਈ ਘਰ ਜੋ ਕਈ ਸਥਾਨਕ ਡੇ ਕੇਅਰਾਂ ਨੂੰ ਭੋਜਨ ਸਪਲਾਈ ਕਰਦੀ ਸੀ, ਜਿਸ ਦੇ ਚੱਲਦਿਆਂ ਵੱਡੇ ਪੱਧਰ ਤੇ ਬੱਚੇ ਅਤੇ ਸਟਾਫ ਮੈਂਬਰ ਕੋਲਾਈ ਦੀ ਲਪੇਟ 'ਚ ਆ ਗਏ ਸਨ। ਇਸ ਮਹੀਨੇ ਦੇ ਸ਼ੁਰੂ 'ਚ ਹੀ ਕੀਤੇ ਗਏ ਇੱਕ ਨਿਰੀਖਣ ਦੌਰਾਨ ਫੇਲ ਹੋ ਗਿਆ। ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। AHS ਨੇ ਮੰਗਲਵਾਰ ਨੂੰ ਫਾਊਲਿੰਗ ਮਾਈਂਡਸ ਦੇ ਨਵੀਨਤਮ ਸਿਹਤ ਨਿਰੀਖਣ ਦੇ ਵੇਰਵੇ ਵੀ ਸਾਂਝੇ ਕੀਤੇ। ਇਸ ਰਿਪੋਰਟ 'ਚ ਇਹ ਦੱਸਿਆ ਗਿਆ ਕਿ ਜਦੋਂ ਹੈਲਥ ਇੰਸਪੈਕਟਰਾਂ ਵੱਲੋਂ ਰਸੋਈ ਘਰ ਦਾ ਦੌਰਾ ਕੀਤਾ ਗਿਆ ਤਾਂ ਉਹਨਾਂ ਨੂੰ 3 ਗੰਭੀਰ ਊਣਤਾਈਆਂ ਦਾ ਪਤਾ ਲੱਗਾ। ਇਸ ਮਗਰੋਂ ਉਹਨਾਂ ਨੇ ਇਸ ਨੂੰ ਉਦੋਂ ਤੱਕ ਬੰਦ ਕਰਨ ਲਈ ਕਿਹਾ ਸੀ ਜਦੋਂ ਤੱਕ ਇਹਨਾਂ ਨੂੰ ਠੀਕ ਨਹੀਂ ਕਰ ਲਿਆ ਜਾਂਦਾ। ਇਹਨਾਂ 'ਚ ਭੋਜਨ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਸਾਜ਼ੋ ਸਮਾਨ ਅਤੇ ਭਾਂਡਿਆਂ ਦੀ ਗਲਤ ਸਵੱਛਤਾ,
ਭੋਜਨ ਨੂੰ ਸੰਭਾਲਣ ਦੀਆਂ ਗਲਤ ਪ੍ਰਕਿਰਿਆਵਾਂ ਤੇ ਕੀਟ ਨਿਯੰਤਰਣ ਦੇ ਮੁੱਦੇ ਸ਼ਾਮਲ ਸਨ। ਰਿਪੋਰਟ 'ਚ ਇਹ ਦੱਸਿਆ ਗਿਆ ਕਿ ਡਿਸ਼ ਵਾਸ਼ਿੰਗ ਖੇਤਰ ਦੇ ਆਲੇ-ਦੁਆਲੇ ਸਟੇਨਲੈਸ ਸਟੀਲ ਦੇ ਉਪਕਰਨਾਂ ਦੇ ਕਿਨਾਰਿਆਂ ਤੇ 2 ਜਿਉਂਦੇ ਕਾਕਰੋਚ ਦੇਖੇ ਗਏ ਸਨ। ਇੰਨਾ ਹੀ ਨਹੀਂ, ਰਸੋਈ ਘਰ 'ਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਕਾਕਰੋਚ ਮੌਜੂਦ ਸਨ। ਅਲਬਰਟਾ ਦੇ ਸਿਹਤ ਦੇ ਮੁੱਖ ਮੈਡੀਕਲ ਅਫਸਰ ਡਾਕਟਰ ਮਾਰਕ ਜੌਫ ਦਾ ਕਹਿਣਾ ਹੈ ਕਿ ਕੋਲਾਈ ਗੰਦਗੀ ਦੇ ਸਰੋਤ ਦਾ ਅਜੇ ਪਤਾ ਨਹੀਂ ਹੈ, ਪਰ ਜਿਵੇਂ ਹੀ ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਨੂੰ ਹਸਪਤਾਲਾਂ 'ਚ ਦਾਖਲ ਕਰਨਾ ਸ਼ੁਰੂ ਕੀਤਾ ਤਾਂ ਪ੍ਰਕੋਪ ਦੀ ਘੋਸ਼ਣਾ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਸਾਡੇ ਸਿਹਤ ਨਿਰੀਖਕਾਂ ਨੇ ਵੱਖ-ਵੱਖ ਤਰ੍ਹਾਂ ਦੇ ਨਮੂਨੇ ਇਕੱਤਰ ਕੀਤੇ ਨੇ ਤੇ ਇਹਨਾਂ ਦਾ AHS ਲੈਬਾਂ 'ਚ ਪ੍ਰੀਖਣ ਕੀਤਾ ਜਾ ਰਿਹਾ ਹੈ। ਜੌਫ ਮੁਤਾਬਕ ਇੱਕ ਵਾਰ ਜਾਂਚ ਦੇ ਪੂਰਾ ਹੋਣ ਮਗਰੋਂ ਹੀ ਲਾਗ ਦੇ ਅਸਲੀ ਸਰੋਤ ਦਾ ਪਤਾ ਲੱਗ ਸਕੇਗਾ। ਕੈਨੇਡੀਅਨ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਸਮੁੰਦਰੀ ਚੱਕਰਵਾਤ ਲੀ ਇਸ ਹਫ਼ਤੇ ਦੇ ਅੰਤ 'ਚ ਅਮਰੀਕਾ ਦੇ ਸੂਬੇ ਮੇਨ ਤੋਂ ਦੱਖਣ ਪੂਰਬੀ ਨੋਵਾ ਸਕੋਸ਼ੀਆ ਤੱਕ ਕਿਤੇ ਵੀ ਲੈਂਡਫਾਲ ਕਰ ਸਕਦਾ ਹੈ। ਹੈਲੀਫੈਕਸ 'ਚ ਸਥਿਤ ਇਸ ਸੈਂਟਰ ਦਾ ਕਹਿਣਾ ਹੈ ਕਿ ਲੀ ਚੱਕਰਵਾਤ ਸੰਭਾਵਤ ਤੌਰ ਤੇ ਅਟਲਾਂਟਿਕ ਖੇਤਰ 'ਚ ਇੱਕ ਕਮਜ਼ੋਰ ਚੱਕਰਵਾਤ ਜਾਂ ਮਜ਼ਬੂਤ ਗਰਮਖੰਡੀ ਤੂਫਾਨ ਦੇ ਰੂਪ 'ਚ ਦਸਤਕ ਦੇ ਸਕਦਾ ਹੈ, ਜੋ ਹਫ਼ਤੇ ਦੇ ਅਖੀਰਲੇ ਹਿੱਸੇ ਦੌਰਾਨ ਇਲਾਕੇ 'ਚ ਭਾਰੀ ਮੀਂਹ ਪਾ ਸਕਦਾ ਹੈ। ਐਨਵਾਇਰਨਮੈਂਟ ਕੈਨੇਡਾ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਤੂਫਾਨ ਉੱਤਰ ਵੱਲ ਵਧ ਰਿਹਾ ਹੈ, ਇਹ ਆਕਾਰ ਵਿੱਚ ਵਧਦਾ ਜਾਵੇਗਾ, ਪਰ ਇਸ ਦੇ ਹੋਰ ਮੌਸਮ ਪ੍ਰਣਾਲੀਆਂ ਨਾਲ ਮਿਲ ਕੇ ਤੀਬਰ ਹੋਣ ਦੀ ਉਮੀਦ ਨਹੀਂ ਹੈ। ਅੱਜ ਦੁਪਹਿਰ ਤੱਕ ਸ਼੍ਰੇਣੀ 3 ਦਾ ਚੱਕਰਵਾਤ ਲੀ ਬਰਮੂਡਾ ਤੋਂ ਲਗਭਗ 900 ਕਿਲੋਮੀਟਰ ਦੱਖਣ ਵੱਲ ਸੀ ਅਤੇ ਇਸ ਦੌਰਾਨ 185 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਲੀ ਦੇ ਬੁੱਧਵਾਰ ਨੂੰ ਉੱਤਰ ਵੱਲ ਮੁੜਨ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਐਟਲਾਂਟਿਕ ਮਹਾਸਾਗਰ ਦੇ ਠੰਡੇ ਪਾਣੀ ਦੇ ਸੰਪਰਕ 'ਚ ਆਉਣ ਤੇ ਸੰਭਾਵਤ ਤੌਰ ਤੇ ਇਸ ਦੀ ਗਤੀ ਅਤੇ ਤੀਬਰਤਾ ਕੁਝ ਕਮਜ਼ੋਰ ਹੋ ਜਾਵੇਗੀ। ਪਰ ਲੀ ਦੇ ਕਮਜ਼ੋਰ ਤੂਫਾਨ ਹੋਣ ਦੇ ਬਾਵਜੂਦ ਇਲਾਕੇ 'ਚ ਜ਼ਬਰਦਸਤ ਝੱਖੜ ਤੇ ਤੇਜ਼ ਬਾਰਿਸ਼ਾਂ ਪੈ ਸਕਦੀਆਂ ਹਨ। ਪਾਰਲੀਮੈਂਟਰੀ ਬਜਟ ਅਫਸਰ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ EV ਪਲਾਂਟਸ ਲਈ ਐਲਾਨੀਆਂ 28.2 ਬਿਲੀਅਨ ਦੀਆਂ ਸਬਸਿਡੀਆਂ ਤੇ ਬ੍ਰੇਕ ਈਵਨ ਦੀ ਸਥਿਤੀ ਤੇ ਆਉਣ ਲਈ, ਯਾਨੀ ਕਿ ਰਾਸ਼ੀ ਰਿਕਵਰ ਕਰਨ ਲਈ 20 ਸਾਲ ਦਾ ਸਮਾਂ ਲੱਗੇਗਾ। ਰਿਪੋਰਟ ਦਾ ਕਹਿਣਾ ਹੈ ਕਿ ਵਿੰਡਸਰ 'ਚ ਸਟੇਲਟਿੰਸ ਦੀ EV ਬੈਟਰੀ ਪਲਾਂਟ ਅਤੇ ਸੇਂਟ ਥਾਮਸ 'ਚ ਫੌਕਸਵੈਗਨ ਦੇ ਪਲਾਂਟ ਤੋਂ ਫੈਡਰਲ ਸਬਸਿਡੀਆਂ ਦੇ ਬਰਾਬਰ ਦਾ ਮਾਲੀਆ ਪੈਦਾ ਕਰਨ ਤੱਕ ਸਾਲ 2043 ਤੱਕ ਦਾ ਸਮਾਂ ਲੱਗੇਗਾ। ਪਾਰਲੀਮੈਂਟਰੀ ਬਜਟ ਅਫਸਰ ਈਵ ਜਿਰੋ ਨੇ ਕਿਹਾ ਹੈ ਕਿ ਕੈਨੇਡਾ ਸਰਕਾਰ ਨੇ ਸੰਭਾਵਿਤ ਤੌਰ ਤੇ ਸਪ੍ਰਿੰਗ ਦੌਰਾਨ ਠੀਕ ਅੰਦਾਜ਼ਾ ਨਹੀਂ ਲਗਾਇਆ ਸੀ, ਜਦ ਉਸਨੇ ਕਿਹਾ ਸੀ ਕਿ ਉਹ 5 ਸਾਲਾਂ ਤੋਂ ਵੀ ਘੱਟ ਸਮੇਂ 'ਚ ਫੌਕਸਵੈਗਨ ਸਬਸਿਡੀ ਰਿਕਵਰ ਕਰਨ 'ਚ ਲੱਗ ਜਾਏਗੀ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਈਵ ਨੇ ਕਿਹਾ ਕਿ ਸਾਡੀ ਰਿਪੋਰਟ ਆਸ਼ਾਵਾਦੀ ਘੱਟ ਅਤੇ ਵਾਜਬ ਵਧੇਰੇ ਹੈ। ਉਹਨਾਂ ਕਿਹਾ ਕਿ ਜੇ ਉਹਨਾਂ ਦੀ ਰਿਪੋਰਟ ਗਲਤ ਸਾਬਤ ਹੁੰਦੀ ਹੈ ਤਾਂ ਇਹ ਦੇਸ਼ ਲਈ ਚੰਗਾ ਹੀ ਹੋਵੇਗਾ, ਪਰ ਉਹਨਾਂ ਨੂੰ ਨਹੀਂ ਲੱਗਦਾ ਕਿ ਅਜਿਹੀ ਸੰਭਾਵਨਾ ਹੈ। ਫੈਡਰਲ ਸਰਕਾਰ ਨੇ ਸਪ੍ਰਿੰਗ 'ਚ ਸੇਂਟ ਥਾਮਸ 'ਚ ਫੌਕਸਵੈਗਨ ਦਾ ਬੈਟਰੀ ਪਲਾਂਟ ਯਕੀਨੀ ਬਣਾਉਣ ਲਈ ਅਗਲੇ 10 ਸਾਲਾਂ ਦੌਰਾਨ ਕੰਪਨੀ ਨੂੰ 13 ਬਿਲੀਅਨ ਦੀ ਸਬਸਿਡੀ ਦਾ ਐਲਾਨ ਕੀਤਾ ਸੀ। ਇਸ ਗਰਮੀਆਂ ਦੌਰਾਨ ਸਟੈਂਟਿਲਸ LG ਨੇ ਵਿੰਡਸਰ ਪਲਾਂਟ ਦੀ ਉਸਾਰੀ 'ਚ ਇਹ ਕਹਿੰਦਿਆਂ ਰੋਕ ਲਗਾ ਦਿੱਤੀ ਸੀ ਕਿ ਉਸ ਨੂੰ ਸੂਬਾ ਅਤੇ ਫੈਡਰਲ ਸਰਕਾਰ ਕੋਲੋਂ 500 ਮਿਲੀਅਨ ਤੋਂ ਵੱਧ ਦੇ ਸ਼ੁਰੂਆਤੀ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਸਰਕਾਰ ਵੱਲੋਂ 15 ਬਿਲੀਅਨ ਤੱਕ ਦੀਆਂ ਸਬਸਿਡੀਆਂ ਦਾ ਐਲਾਨ ਕਰਨ ਤੋਂ ਬਾਅਦ ਉਸਾਰੀ ਦਾ ਕੰਮ ਮੁੜ ਸ਼ੁਰੂ ਹੋਇਆ ਸੀ। ਇਹ ਪਲਾਂਟ 2024 ਤੱਕ ਸ਼ੁਰੂ ਹੋਣ ਦੀ ਉਮੀਦ ਹੈ ਤੇ ਇਹ ਕਰੀਬ 2500 ਲੋਕਾਂ ਨੂੰ ਰੁਜ਼ਗਾਰ ਦੇਵੇਗਾ। ਫੌਕਸਵੈਗਨ ਅਤੇ ਸਟੈਲਟਿਸ ਨੂੰ 2/3 ਸਬਸਿਡੀ ਜਾਣੀ ਕੁੱਲ 18.8 ਬਿਲੀਅਨ ਫੈਡਰਲ ਸਰਕਾਰ ਦੇਵੇਗੀ ਤੇ 9.4 ਬਿਲੀਅਨ ਓਨਟਾਰੀਓ ਸਰਕਾਰ ਵੱਲੋਂ ਦਿੱਤੀ ਜਾਵੇਗੀ। PBO ਨੇ ਕਿਹਾ ਹੈ ਕਿ ਓਨਟਾਰੀਓ ਨੇ ਆਪਣੀ ਸਬਸਿਡੀ ਦੀ ਭਰਪਾਈ ਬਾਬਤ ਸਮਾਂ ਸੀਮਾ ਜਾਰੀ ਨਹੀਂ ਕੀਤੀ ਹੈ। ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਦੇ ਚੇਅਰ ਜੇ ਗੋਲਡਬਰਗ ਨੇ ਕਿਹਾ ਹੈ ਕਿ ਕੈਨੇਡੀਅਨ ਆਟੋ ਉਦਯੋਗ ਲਈ ਵਰਦਾਨ ਕਹੇ ਜਾ ਰਹੇ ਇਹਨਾਂ ਪ੍ਰੋਜੈਕਟਾਂ ਬਾਰੇ ਈਵ ਦੇ ਕੰਜ਼ਰਵੇਟਿਵ ਅੰਦਾਜ਼ੇ ਸਹੀ ਸਨ। ਉਹਨਾਂ ਕਿਹਾ ਕਿ ਸਰਕਾਰਾਂ ਲਈ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਬਹੁਤ ਹੋਇਆ, ਹੋਰ ਕਾਰਪੋਰੇਟ ਭਲਾਈ ਜਾਂ ਮੁਫਤ ਪੈਸੇ ਨਹੀਂ ਵੰਡਣੇ। ਵਿੰਡਸਰ ਟੇਕਨਸੇ ਤੋਂ ਲਿਬਰਲ MP ਇਰੇਕ ਕੁਜ਼ਮੀਰੀਜ਼ਿਕ ਨੇ ਕਿਹਾ ਹੈ ਕਿ ਇਹਨਾਂ ਪਲਾਂਟਸ ਦੇ ਲੱਗਣ ਕਾਰਨ ਹੋਰ ਨਿਵੇਸ਼ਾਂ ਵਰਗੇ ਆਰਥਿਕ ਲਾਭਾਂ ਨੂੰ ਰਿਪੋਰਟ 'ਚ ਸ਼ਾਮਲ ਨਾ ਕਰਨ ਕਰਕੇ PBO ਨੇ ਪੂਰੀ ਤਸਵੀਰ ਪੇਸ਼ ਨਹੀਂ ਕੀਤੀ। 2014 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਪੀਕਰ ਦਾ ਇਹ ਇਤਿਹਾਸਕ ਕਦਮ ਡੈਮੋਕ੍ਰੈਟਿਕ ਪਾਰਟੀ ਨੂੰ ਭਾਰੀ ਪੈ ਸਕਦਾ ਹੈ। ਜੋ ਬਾਈਡਨ ਤੇ ਇਹ ਦੋਸ਼ ਲੱਗੇ ਨੇ ਕਿ ਜਦੋਂ 2009 ਤੋਂ 2017 ਤੱਕ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ, ਇਸ ਦੌਰਾਨ ਉਹਨਾਂ ਨੇ ਆਪਣੇ ਬੇਟੇ ਹੰਟਰ ਬਾਈਡਨ ਨੂੰ ਵਿਦੇਸ਼ੀ ਵਪਾਰ 'ਚ ਫਾਇਦਾ ਪਹੁੰਚਾਇਆ ਸੀ।
ਇਸ ਨੂੰ ਲੈ ਕੇ ਇਸੇ ਸਾਲ ਰਿਪਬਲਿਕਨ ਪਾਰਟੀ ਨੇ ਕਈ ਮਹੀਨਿਆਂ ਤੱਕ ਜਾਂਚ ਵੀ ਕੀਤੀ ਸੀ, ਪਰ ਇਸ 'ਚ ਬਾਈਡਨ ਦੇ ਵਿਰੁੱਧ ਕੋਈ ਵੀ ਸਬੂਤ ਨਹੀਂ ਮਿਲਿਆ ਸੀ। ਮੈਕਾਰਥੀ ਨੇ ਕਿਹਾ ਹੈ ਕਿ ਅਸੀਂ ਉੱਥੇ ਜਾਵਾਂਗੇ ਜਿੱਥੇ ਸਬੂਤ ਸਾਨੂੰ ਲੈ ਜਾਣਗੇ। ਸਪੀਕਰ ਮੈਕਾਰਥੀ ਨੇ ਕਿਹਾ, ਇਹ ਸੱਤਾ ਦੀ ਦੁਰਵਰਤੋਂ ਅਤੇ ਭ੍ਰਸ਼ਟਾਚਾਰ ਦੇ ਦੋਸ਼ ਨੇ ਜਿਨ੍ਹਾਂ ਨੂੰ ਲੈ ਕੇ ਹਾਊਸ ਵੱਲੋਂ ਅੱਗੇ ਦੀ ਜਾਂਚ ਕਰਨ ਦੀ ਲੋੜ ਹੈ। ਇਸ ਲਈ ਅੱਜ ਮੈਂ ਹਾਊਸ ਦੀ ਕਮੇਟੀ ਨੂੰ ਰਾਸ਼ਟਰਪਤੀ ਬਾਈਡਨ ਵਿਰੁੱਧ ਮਹਾਦੋਸ਼ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦੇ ਰਿਹਾ ਹਾਂ। ਮੈਕਾਰਥੀ ਨੇ ਕਿਹਾ ਕਿ ਰਿਪਬਲਿਕਨ ਨੇ ਫੋਨ ਕਾਲ, ਮਨੀ ਟ੍ਰਾਂਸਫਰ ਅਤੇ ਹੋਰ ਗਤੀਵਿਧੀਆਂ ਦੇ ਸਬੂਤ ਪੇਸ਼ ਕੀਤੇ ਨੇ ਜਿਹੜੇ ਬਾਈਡਨ ਪਰਿਵਾਰ 'ਚ ਭ੍ਰਸ਼ਟਾਚਾਰ ਦੀ ਤਸਵੀਰ ਪੇਸ਼ ਕਰਦੇ ਨੇ। ਡਿੰਟਜ਼ਰ ਨੇ ਦਾਅਵਾ ਕੀਤਾ ਕਿ ਆਪਣੀ ਸਥਿਤੀ ਨੂੰ ਕਾਇਮ ਰੱਖਣ ਲਈ ਗੂਗਲ ਹਰ ਸਾਲ $1000 ਕਰੋੜ ਤੋਂ ਵੱਧ ਦਾ ਭੁਗਤਾਨ ਕਰਦਾ ਹੈ। ਅਗਲੇ 10 ਹਫ਼ਤਿਆਂ 'ਚ ਫੈਡਰਲ ਵਕੀਲ ਅਤੇ ਸੂਬੇ ਦੇ ਅਟਾਰਨੀ ਜਨਰਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਗੂਗਲ ਨੇ ਆਪਣੇ ਸਰਚ ਇੰਜਨ ਨੂੰ ਡਿਵਾਈਸਾਂ ਤੇ ਡਿਫਾਲਟ ਵਿਕਲਪ ਦੇ ਤੌਰ ਤੇ ਲੌਕ ਕਰਕੇ ਇਸ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਮਰੀਕੀ ਜ਼ਿਲ੍ਹਾ ਜੱਜ ਅਮਿਤ ਮਹਿਤਾ ਸੰਭਾਵੀ ਤੌਰ ਤੇ ਅਗਲੇ ਸਾਲ ਦੀ ਸ਼ੁਰੂਆਤ ਤੱਕ ਕੋਈ ਫੈਸਲਾ ਨਹੀਂ ਸੁਣਾਉਣਗੇ। ਜੇਕਰ ਉਹ ਮੰਨਦੇ ਨੇ ਕਿ ਗੂਗਲ ਨੇ ਕਾਨੂੰਨ ਤੋੜਿਆ ਹੈ ਤਾਂ ਇੱਕ ਹੋਰ ਮੁਕੱਦਮਾ ਇਹ ਫੈਸਲਾ ਕਰੇਗਾ ਕਿ ਕੈਲੀਫੋਰਨੀਆ ਆਧਾਰਿਤ ਕੰਪਨੀ ਮਾਊਂਟੇਨ ਵਿਊ ਤੇ ਲਗਾਮ ਲਗਾਉਣ ਲਈ ਜਿਹੜੇ ਕਦਮ ਚੁੱਕੇ ਜਾਣਗੇ। ਮਾਮਲੇ 'ਚ ਗੂਗਲ ਅਤੇ ਉਸ ਦੀ ਕਾਰਪੋਰੇਟ ਪੇਰੈਂਟ ਕੰਪਨੀ ਅਲਫਾਬੈਟ ਦੇ ਉੱਚ ਅਧਿਕਾਰੀਆਂ ਨਾਲ ਹੋਰ ਸ਼ਕਤੀਸ਼ਾਲੀ ਤਕਨਾਲੋਜੀ ਕੰਪਨੀਆਂ ਦੇ ਐਗਜ਼ੈਕਟਿਵਜ਼ ਦੀ ਇਸ ਕੇਸ 'ਚ ਗਵਾਹੀ ਦੇਣ ਦੀ ਉਮੀਦ ਹੈ। ਇਹਨਾਂ 'ਚ ਅਲਫਾਬੈਟ ਦੇ CEO ਸੁੰਦਰ ਪਿਚਾਈ ਵੀ ਸ਼ਾਮਲ ਹੋਣ ਦੀ ਉਮੀਦ ਹੈ। ਉਸਨੇ ਕਿਹਾ ਕਿ ਬੀਜਿੰਗ ਦੀਆਂ ਕਾਰਵਾਈਆਂ ਕੈਨੇਡਾ ਲਈ ਗੰਭੀਰ ਰਾਸ਼ਟਰੀ ਖਤਰਾ ਹਨ। ਚੋਂਗ ਨੇ ਕਿਹਾ ਕਿ ਉਸ ਨੂੰ ਕੈਨੇਡੀਅਨ ਖੁਫੀਆ ਜਾਣਕਾਰੀ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਬੀਜਿੰਗ ਪਿਛਲੇ 3 ਸਾਲਾਂ ਤੋਂ ਉਸ ਦੇ ਅਤੇ ਹਾਂਗਕਾਂਗ 'ਚ ਉਸ ਦੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। 2021 'ਚ ਚੋਂਗ ਨੇ ਸੰਸਦ 'ਚ ਇੱਕ ਮਤਾ ਪੇਸ਼ ਕੀਤਾ ਜਿਸ ਵਿੱਚ ਚੀਨ ਦੁਆਰਾ ਆਪਣੀ ਉਈਗਰ ਘੱਟ ਗਿਣਤੀ ਆਬਾਦੀ ਨਾਲ ਕੀਤੇ ਜਾਣ ਵਾਲੇ ਸਲੂਕ ਨੂੰ ਨਸਲਕੁਸ਼ੀ ਕਰਾਰ ਦਿੱਤਾ ਗਿਆ ਸੀ। ਚੀਨ ਨੇ ਵਾਰ-ਵਾਰ ਚੋਂਗ ਨੂੰ ਧਮਕਾਉਣ ਜਾਂ ਕੈਨੇਡੀਅਨ ਮਾਮਲਿਆਂ 'ਚ ਦਖਲਅੰਦਾਜ਼ੀ ਦੇਣ ਦੀਆਂ ਕੋਸ਼ਿਸ਼ਾਂ ਤੋਂ ਇਨਕਾਰ ਕੀਤਾ ਹੈ। ਚੋਂਗ ਨੇ ਅਮਰੀਕਾ ਤੇ ਕੈਨੇਡਾ ਨੂੰ ਇਸ ਮੁੱਦੇ ਤੇ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਸ ਨੇ ਕਿਹਾ ਕਿ ਇਹ ਖੁਫੀਆ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਚੀਨ ਦੀਆਂ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਨੂੰ ਜਨਤਕ ਕਰਨ ਦੁਆਰਾ ਕੀਤਾ ਜਾ ਸਕਦਾ ਹੈ। ਸਾਡੀਆਂ ਬੁਨਿਆਦੀ ਆਜ਼ਾਦੀਆਂ, ਲੋਕਤੰਤਰੀ ਸੰਸਥਾਵਾਂ ਅਤੇ ਨਿਯਮਾਂ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨੂੰ ਸੁਰੱਖਿਅਤ ਰੱਖਣ ਲਈ ਚੀਨ ਤੇ ਕਾਂਗਰਸ ਦੇ ਕਾਰਜਕਾਰੀ ਕਮਿਸ਼ਨਰ ਤੇ ਡੈਮੋਕ੍ਰੈਟਿਕ ਤੇ ਰਿਪਬਲਿਕਨ ਅਮਰੀਕੀ ਸੰਸਦ ਮੈਂਬਰਾਂ ਨੇ ਚੋਂਗ ਦੀ ਗਵਾਹੀ ਦੀ ਸ਼ਲਾਘਾ ਕੀਤੀ। ਖੁਫੀਆ ਏਜੰਸੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਬੀਜਿੰਗ ਨੇ 2019 ਅਤੇ 2021 ਦੀਆਂ ਸੰਘੀ ਚੋਣਾਂ 'ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਹਫ਼ਤੇ ਕੈਨੇਡਾ ਨੇ ਚੀਨ ਅਤੇ ਹੋਰ ਦੇਸ਼ਾਂ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀ ਜਨਤਕ ਜਾਂਚ ਸ਼ੁਰੂ ਕੀਤੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਇਸ ਹਫ਼ਤੇ ਲਿਬਰਲ ਐਮਪੀਜ਼ ਓਨਟਾਰੀਓ 'ਚ ਹੋਣਗੇ ਇਕੱਠੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਗਲੀ ਰਣਨੀਤੀ ਤੈਅ ਕਰਨ ਲਈ ਕੀਤੀ ਜਾ ਰਹੀ ਹੈ ਮੀਟਿੰਗ। 158 ਐਮਪੀਜ਼ 'ਚੋਂ ਬਹੁਤੇ ਅਗਲੀ ਪਾਰਲੀਮੈਂਟਰੀ ਸਿਟਿੰਗ ਲਈ ਤੈਅ ਕਰਨਗੇ ਰਣਨੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਜਹਾਜ਼ 'ਚ ਤਕਨੀਕੀ ਖਰਾਬੀ ਕਾਰਨ 2 ਦਿਨ ਤੱਕ ਭਾਰਤ 'ਚ ਫਸੇ ਰਹਿਣ ਮਗਰੋਂ ਮੰਗਲਵਾਰ ਨੂੰ ਪਹੁੰਚੇ ਕੈਨੇਡਾ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਉਹਨਾਂ ਨੂੰ 에ਅਰ ਇੰਡੀਆ 1 ਦੀਆਂ ਸੇਵਾਵਾਂ ਦੇਣ ਦੀ ਕੀਤੀ ਸੀ ਪੇਸ਼ਕਸ਼, ਪਰ ਟਰੂਡੋ ਨੇ ਭਾਰਤ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਰਾਇਲ ਕੈਨੇਡੀਅਨ 에ਅਰ ਫੋਰਸ ਦੇ ਸਾਬਕਾ ਪਾਇਲਟ ਚੀਨ ਦੇ ਫੌਜੀ ਕਰਮਚਾਰੀਆਂ ਨੂੰ ਸਿਖਲਾਈ ਦੇ ਰਹੇ ਨੇ। ਇਹਨਾਂ ਰਿਪੋਰਟਸ ਦੀ ਕੈਨੇਡਾ ਦੀ ਫੈਡਰਲ ਪੁਲਿਸ ਫੋਰਸ ਕਰ ਰਹੀ ਹੈ ਜਾਂਚ। ਰਾਜਕੁਮਾਰੀ ਐਨੀ ਵੱਲੋਂ ਕੈਨੇਡਾ ਦੀਆਂ 2 ਛੋਟੀਆਂ ਯਾਤਰਾਵਾਂ ਤੇ $1,31,000 ਦਾ ਆਇਆ ਖਰਚਾ। ਕਿੰਗ ਚਾਰਲਸ ਦੀ ਇਕਲੌਤੀ ਭੈਣ ਨੇ ਮਈ 'ਚ 3 ਦਿਨਾਂ ਲਈ ਦੇਸ਼ ਦਾ ਦੌਰਾ ਕੀਤਾ ਤੇ ਫਿਰ ਜੂਨ ਦੇ ਸ਼ੁਰੂ 'ਚ ਅਲਬਰਟਾ ਦੇ ਬੈਨਫ 'ਚ ਇੱਕ ਕਾਨਫਰੰਸ 'ਚ ਹੋਈ ਸੀ ਸ਼ਾਮਿਲ।